ਵਾਹਿਗੁਰੂ ਜੀ ਕੀ ਫਤਿਹ। ਦ ਸਿਟੀ ਹੈਡਲਾਈਨਸ ਧਰਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕਿਹਾ ਜਾਂਦਾ ਹੈ ਕਿ ਮੁੱਢ ਤੋਂ ਹੀ ਇੱਕ ਇਨਸਾਨ ਨੂੰ ਗੁਰੂ ਦੀ ਲੋੜ ਪੈਂਦੀ ਹੈ, ਫਿਰ ਉਹ ਚਾਹੇ ਬਚਪਨ ਦੇ ਵਿੱਚ ਇੱਕ ਮਾਂ ਦੇ ਰੂਪ 'ਚ ਹੋਵੇ ਜਾਂ ਜਵਾਨੀ ਟਾਈਮ ਇੱਕ ਪਿਤਾ ਦੇ ਰੂਪ 'ਚ। ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਇਨਸਾਨ ਦੇ ਜ਼ਿੰਦਗੀ ਦੀ ਕੋਈ ਵੀ ਔਕੜ ਜਿਹੜੀ ਹੈ ਉਹ ਦੂਰ ਹੋ ਸਕਦੀ ਹੈ, ਬਸ਼ਰਤੇ ਉਸ ਗੁਰੂ ਦੀ ਜੋ ਗੱਲ ਹੈ ਉਹ ਸਮਝ ਲੱਗੇ। ਤੇ ਉਹ ਸਮਝ ਕਿੱਦਾਂ ਲੱਗੇਗੀ? ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ। ਸਾਡੇ ਨਾਲ ਮੌਜੂਦ ਨੇ ਕਾਲਜ ਦੇ ਵਾਈਸ ਪ੍ਰਿੰਸੀਪਲ ਸਾਹਿਬ। ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਨੇ ਕਿਹੜਾ ਨਵਾਂ ਉਪਰਾਲਾ ਜੋ ਹੈ ਉਹ ਸ਼ੁਰੂ ਕੀਤਾ ਹੈ ਜਿਹੜੇ ਕਿ ਇਸ ਔਕੜ ਨੂੰ ਦੂਰ ਕਰ ਸਕਦਾ ਹੈ। ਆਓ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਕਾਲਜ ਵੱਲੋਂ ਕਿਹੜਾ ਨਵਾਂ ਉਪਰਾਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਉਹਦੇ ਬਾਰੇ ਥੋੜੀ ਜਾਣਕਾਰੀ ਜੋ ਹੈ ਉਹ ਦਰਸ਼ਕਾਂ ਨੂੰ ਦਿਓ। ਇਸ ਤਰ੍ਹਾਂ ਜੀ ਕਿ ਉਪਰਾਲਾ ਤਾਂ ਸਿੱਖ ਧਰਮ ਦੇ ਅੰਦਰ ਬੜਾ ਲੰਬਾ ਪੁਰਾਣਾ ਹੈ, ਲੇਕਿਨ ਅਸੀਂ ਕਾਲਜ ਦੇ ਵਿੱਚ ਪਹਿਲੀ ਵਾਰੀ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਉਚਾਰਨ, ਵਿਸ਼ਰਾਮ ਅਤੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ 'ਚ ਕਿਹਾ ਗਿਆ, ਜੋ ਬਾਣੀ 'ਚ ਕਿਹਾ ਗਿਆ, ਉਹਨੂੰ ਥੋੜਾ ਕਰਕੇ ਅਸੀਂ ਸੰਗਤ ਨਾਲ ਸਾਂਝਾ ਵੀ ਕਰਦੇ ਜਾਈਏ। ਕਿਉਂਕਿ ਬਹੁਤ ਸਾਰੀ ਸੰਗਤ ਹੈ ਜਿਹੜੀ ਸਿਰਫ ਪਾਠ ਕਰਦੀ ਹੈ, ਜਾਂ ਬਹੁਤ ਸਾਰੀ ਸੰਗਤ ਹੈ ਜਿਹੜੀ ਕੇਵਲ ਪਾਠ ਵੀ ਨਹੀਂ ਕਰਦੀ, ਸਿਰਫ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਹੀ ਯਕੀਨ ਕਰ ਲੈਂਦੇ ਨੇ। ਅਸੀਂ ਸੋਚਿਆ ਕਿ ਬਹੁਤ ਸਾਰੇ ਇੱਥੇ ਇਸ ਆਪਣੇ ਇਲਾਕੇ ਦੇ ਅੰਦਰ ਮਾਈ ਭਾਈ ਨਵੇਂ ਜਿਹੜੇ ਆ ਕੇ ਵਸੇ ਨੇ, ਉਹਨਾਂ ਨੂੰ ਬਾਣੀ ਵੱਲ ਪ੍ਰੇਰਿਤ ਕੀਤਾ ਜਾਏ, ਉਹਨਾਂ ਦੇ ਹੱਥਾਂ 'ਚ ਪੋਥੀਆਂ ਦਿੱਤੀਆਂ ਜਾਣ, ਉਹਨਾਂ ਨੂੰ ਪੜ੍ਹਨ ਦੀ ਆਦਤ ਪਾਈ ਜਾਏ, ਉਹਨਾਂ ਨਾਲ ਵਿਚਾਰ ਕੀਤੀ ਜਾਏ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ। ਕਿਉਂਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਜਾਂ ਸਮਝ ਵਾਲਾ ਪਾਸਾ ਜਿਹੜਾ ਉਹ ਅਸੀਂ ਨਹੀਂ ਲੈਂਦੇ, ਓਨੀ ਦੇਰ ਤੱਕ ਸਿਰਫ ਪੜ੍ਹਨ ਨਾਲ ਜਾਂ ਕੇਵਲ ਤੇ ਕੇਵਲ ਸੁਣੀ ਜਾਣ ਨਾਲ ਮਸਲਾ ਸਾਡਾ ਹੱਲ ਨਹੀਂ ਹੋ ਰਿਹਾ। ਤਾਂ ਸਾਨੂੰ ਅੱਗੇ ਉਹਨੂੰ ਵਿਚਾਰਨ ਵੱਲ ਤੇ ਵਿਚਾਰ ਤੋਂ ਬਾਅਦ ਅਮਲ ਵਾਲੇ ਪਾਸੇ ਨੂੰ ਜਿਹੜੀ ਅਸੀਂ ਉਹ ਗੱਲ ਕਰ ਸਕਦੇ ਹਾਂ। ਅਸੀਂ ਵਿਚਾਰਨ ਵਾਲਾ ਪਾਸਾ ਜਿਹੜਾ ਉਹ ਲੈ ਕੇ ਆ ਰਹੇ ਹਾਂ ਕਿ ਆਹ ਭਾਈ ਬਾਣੀ ਆ, ਇਹ ਬਾਣੀ ਜਿਹੜਾ ਸ਼ਬਦ ਤੁਹਾਡੇ ਸਾਹਮਣੇ ਆ, ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਇਸ ਤਰੀਕੇ ਨਾਲ ਗੱਲ ਕਹੀ ਆ, ਇਹਨੂੰ ਤੁਸੀਂ ਵੀ ਦੇਖ ਲਓ, ਇਹਨੂੰ ਅਸੀਂ ਵੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਤਾਂ ਇਹਦਾ ਫੈਸਲਾ ਤੁਸੀਂ ਕਰੋ ਕਿ ਇਹਨੂੰ ਮੰਨਣਾ ਚਾਹੀਦਾ ਕਿ ਨਹੀਂ ਮੰਨਣਾ ਚਾਹੀਦਾ। ਤਾਂ ਸੰਗਤ ਦੇ ਵਿੱਚ ਇਹ ਭਾਵਨਾ ਤਾਂ ਹਰ ਵੇਲੇ ਹੁੰਦੀ ਹੈ ਕਿ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆ, ਉਹਨੂੰ ਕਿਵੇਂ ਕਿਹਾ ਜਾ ਸਕਦਾ ਨਹੀਂ ਮੰਨਣੀ। ਤਾਂ ਉਹ ਅਸੀਂ ਇਹ ਉਪਰਾਲਾ ਜ਼ੋਰ ਦੇ ਕੇ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿੱਥੇ ਪੜ੍ਹਿਆ ਜਾਏ, ਸਮਝਿਆ ਜਾਏ, ਉੱਥੇ ਵਿਚਾਰ ਕੇ ਉਹਨੂੰ ਅਮਲ ਵਿੱਚ ਲਿਆਉਣ ਲਈ ਵੀ ਜਿਹੜਾ ਉਹ ਜ਼ੋਰ ਦਿੱਤਾ ਜਾਏ। ਤੇ ਵੀਰ ਜੀ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਨਵਾਂ, ਇਹਦਾ ਦਿਮਾਗ ਦੇ ਵਿੱਚ ਕਿੱਥੋਂ ਖਿਆਲ ਆਇਆ ਕਿ ਅਸੀਂ ਜਿਹੜਾ ਸੰਗਤ ਨੂੰ ਇਸ ਪਾਸੇ ਨੂੰ ਜੋੜਨਾ ਨਾਲ? ਇਹ ਖਿਆਲ ਦੇਖੋ, ਪੁਰਾਣੇ ਸਮੇਂ 'ਚ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਵਿਚਾਰ ਹੈ ਅੱਗੇ ਤੋਂ ਅੱਗੇ ਸਿੱਖ ਜਿਹੜੇ ਆ ਉਹ ਚਲਾਉਂਦੇ ਰਹੇ। ਬਹੁਤ ਸਾਰੇ ਨੇੜੇ ਦੇ ਵਿੱਚ ਵੀ ਦੇਖਿਆ ਜਾਏ ਤਾਂ ਪਾਠ ਬੋਧ ਸਮਾਗਮ ਵੱਖ-ਵੱਖ ਥਾਵਾਂ 'ਤੇ ਸਾਡੇ ਵਿਦਵਾਨ ਜਿਹੜੇ ਆ ਉਹ ਕਰਦੇ ਰਹਿੰਦੇ ਸੀਗੇ। ਲੇਕਿਨ ਥੋੜ੍ਹੇ ਸਮੇਂ ਤੋਂ ਜਿਵੇਂ ਲਗਭਗ 1.5 ਸਾਲ ਕਰੋਨੇ ਦਾ ਹੀ ਹੋ ਗਿਆ, ਤਾਂ ਇਹ ਸਾਰਾ ਸਮਾਂ ਜਿਹੜਾ ਉਹ ਲਗਭਗ ਜਿਹੜੀ ਸੰਗਤ ਦੀ ਗਤੀਵਿਧੀ ਆ ਉਹ ਰੁਕੀ ਹੋਈ, ਟੁੱਟਿਆ ਹੋਇਆ ਸਮਾਂ। ਤਾਂ ਇਹ ਖਿਆਲ ਤਾਂ ਦੇਖੋ, ਕਿਉਂਕਿ ਇਹ ਸੰਸਥਾ ਹੈ ਹੀ ਧਰਮ ਪ੍ਰਚਾਰ ਦੀ ਆ, ਤਾਂ ਵੱਖ-ਵੱਖ ਉਪਰਾਲੇ, ਵੱਖ-ਵੱਖ ਤੌਰ ਤਰੀਕੇ, ਜਿਵੇਂ ਕਦੀ ਕੈਂਪ ਲਾਉਣੇ ਆ ਸਕੂਲਾਂ ਦੇ ਅੰਦਰ ਜਾ ਕੇ, ਪਰ ਹੁਣ ਕਿਉਂਕਿ ਕਰੋਨੇ ਕਰਕੇ ਸਕੂਲ ਵੀ ਬੰਦ ਸੀਗੇ, ਤਾਂ ਪਿੰਡਾਂ ਵਿੱਚ ਜਾ ਕੇ ਵੱਡਿਆਂ ਨਾਲ, ਬਜ਼ੁਰਗਾਂ ਨਾਲ, ਭੈਣਾਂ ਨਾਲ, ਮਾਤਾਵਾਂ ਨਾਲ ਅਸੀਂ ਸਿੱਖੀ ਲਹਿਰ ਦੇ ਥਰੂ ਜਾ ਕੇ ਗੱਲਾਂ ਬਾਤਾਂ ਕਰਦੇ ਰਹੇ। ਫਿਰ ਜਿਹੜੇ ਵੀਰ ਭੈਣਾਂ ਕਿਸੇ ਕਲਾਸ 'ਚ ਨਹੀਂ ਆ ਸਕਦੇ ਜਾਂ ਆਪ ਕਿਤੇ ਦੂਰ ਨੇੜੇ ਹੋਰ ਨਹੀਂ ਪਹੁੰਚ ਸਕਦੇ, ਉਹਨਾਂ ਲਈ ਅਸੀਂ ਐਲੀਮੈਂਟਰੀ ਕੋਰਸ ਵੀ ਸ਼ੁਰੂ ਕੀਤਾ। ਤਾਂ ਇਹ ਉਪਰਾਲੇ ਤਾਂ ਥੋੜ੍ਹੇ ਅਸੀਂ ਸਹਿਜ ਲਗਾਤਾਰ ਕਰਦੇ ਰਹਿੰਦੇ ਹਾਂ, ਕਿਉਂਕਿ ਸਾਡਾ ਇੱਕੋ ਮਕਸਦ ਹੈ ਕਿ ਜਿਹੜੇ ਸਾਡੇ ਸਿੱਖ ਵੀਰ ਭੈਣਾਂ ਆ, ਉਹ ਕਿਸੇ ਵੀ ਤਰੀਕੇ ਕਿਸੇ ਵਹਿਮ ਭਰਮ 'ਚ ਫਸ ਕੇ ਆਪਣੇ ਸਿਰ ਦਾ ਬੋਝ ਨਾ ਚੁੱਕੀ ਫਿਰਨ। ਕਿਉਂਕਿ ਬਹੁਤ ਸਾਰੇ ਬੰਧਨ, ਬਹੁਤ ਸਾਰੇ ਕਰਮਕਾਂਡ, ਵਿਖਾਵਾ ਜਿਹੜਾ ਨਾ ਉਹ ਸਾਡੇ ਆਲੇ ਦੁਆਲੇ ਬੜੇ ਜ਼ੋਰ ਦੇ ਕੇ ਪਸਰਿਆ ਹੋਇਆ, ਔਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦਾ, ਬੁਰਾਈਆਂ ਤੋਂ ਬਚਣ ਦਾ, ਜਿਵੇਂ ਅੱਜ ਕੱਲ੍ਹ ਤੁਸੀਂ ਦੇਖੋ ਕਿ ਸਾਰੇ ਆਸੇ-ਪਾਸੇ ਨਸ਼ੇ ਦੀ ਬੜੀ ਹਾਹਾਕਾਰ ਹੈ, ਤਾਂ ਜੇ ਸਾਡੇ ਕੋਲ ਬਾਣੀ ਹੋਏਗੀ, ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੋਏਗਾ, ਤਾਂ ਅਸੀਂ ਬਚਣ ਲਈ ਵੀ ਉਪਰਾਲਾ ਕਰ ਲਾਂਗੇ। ਕਿਉਂਕਿ ਸਭ ਤੋਂ ਪਹਿਲਾ ਜ਼ਰੂਰੀ ਮਸਲਾ ਆ ਬੰਦੇ ਦੀ ਆਪਣੀ ਅਕਲ ਜਿਹੜੀ ਆ ਉਹ ਕੰਮ ਕਰੇ। ਤਾਂ ਉਸ ਅਕਲ ਨੂੰ ਵਧਾਉਣ ਲਈ ਗੁਰੂ ਦਾ ਜਿਹੜਾ ਪ੍ਰਭਾਵ ਹੈ ਉਹ ਸਭ ਤੋਂ ਪਹਿਲਾਂ ਕਬੂਲਿਆ ਜਾਂਦਾ।
ਬਾਕੀ ਸਾਰੀਆਂ ਚੀਜ਼ਾਂ ਨਾਲੋਂ ਬੰਦਾ ਇੱਥੇ ਬੜੇ ਪਿਆਰ ਨਾਲ ਸ਼ਰਧਾ ਨਾਲ ਹੱਥ ਜੋੜ ਕੇ ਸਿਰ ਨਿਵਾ ਕੇ ਪ੍ਰਵਾਨ ਕਰ ਲੈਂਦਾ ਵੀ ਹਾਂਜੀ ਇਹ ਗੱਲ ਗੁਰੂ ਜੀ ਨੇ ਕਹੀ ਹੈ, ਇਸ ਕਰਕੇ ਇਹਨੂੰ ਮੰਨਣਾ ਚਾਹੀਦਾ। ਤਾਂ ਅਸੀਂ ਗੁਰੂ ਵਾਲਾ ਪੱਖ ਜਿਹੜਾ ਉਹਦੇ ਸਾਹਮਣੇ ਰੱਖ ਕੇ ਉਹਨੂੰ ਇਹ ਸਾਰੇ ਜੰਜਾਲ ਚੋਂ ਕੱਢਣ ਲਈ ਜਿਵੇਂ ਬਾਕੀ ਉਪਰਾਲੇ ਕਰਦੇ ਆ ਉਦਾਂ ਹੀ ਅਸੀਂ ਵੀ ਉਪਰਾਲਾ ਕਰ ਰਹੇ ਹਾਂ। ਸਾਡੇ ਨਾਲ ਮੌਜੂਦ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ। ਵੀਰ ਜੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਦੇਖਿਆ ਜਾਂਦਾ ਹੈ ਕਿ ਜਿਹੜਾ ਅੱਜ ਸਾਡਾ ਯੂਥ ਹੈ, ਜਿਹੜੀਆਂ ਅਸੀਂ ਮੂਵੀਜ਼ ਦੇਖਦੇ ਹਾਂ ਉਹਦੇ ਵਿੱਚ ਵੀ ਇਹੀ ਪਿਕਚਰ ਜਿਹੜੀ ਦਿਖਾਈ ਜਾਂਦੀ ਹੈ ਕਿ ਯੂਥ ਜਿਹੜਾ ਹੈ ਉਹ ਨਸ਼ਿਆਂ ਵਾਲੇ ਪਾਸੇ ਚਲਾ ਗਿਆ, ਲੱਚਰਪੁਣੇ ਵਾਲੇ ਪਾਸੇ ਚਲਾ ਗਿਆ ਉਹ। ਤੇ ਜੇ ਉਹਨਾਂ ਨੂੰ ਵੀ ਦੇਖਿਆ ਜਾਵੇ ਤੇ ਅਸੀਂ ਫਿਊਚਰ ਸੋਚੀਏ ਤਾਂ ਸਾਡਾ ਫਿਊਚਰ ਨਹੀਂ ਹੈ ਕੋਈ ਵੀ। ਤੇ ਉਹ ਚੀਜ਼ ਨੂੰ ਅਸੀਂ ਕਿੱਦਾਂ ਮਤਲਬ ਸਹੀ ਰਸਤੇ ਤੇ ਉਹਨਾਂ ਨੂੰ ਲੈ ਕੇ ਆਣਾ, ਕਿੱਦਾਂ ਗੁਰੂ ਦੇ ਦੱਸੇ ਮਾਰਗ ਦੇ ਦੁਆਰਾ ਉਹਨਾਂ ਨੂੰ ਸਮਝਾਣੀ ਗੱਲ, ਤੇ ਕਿੱਦਾਂ ਉਹਨਾਂ ਨੂੰ ਦੁਆਰਾ ਮੁੜ ਆਪਣੇ ਨਾਲ ਜੋੜਨਾ, ਉਹ ਚੀਜ਼ ਕਿੱਦਾਂ ਜਿਹੜੀ ਹੈ ਉਹ ਆਪਾਂ ਕਰ ਸਕਦੇ ਹਾਂ। ਬੇਨਤੀ ਹੈ ਜੀ ਕਿ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਦੀ ਇਸ ਵੇਲੇ। ਤੁਸੀਂ ਜਿਹੜੀ ਗੱਲ ਨੂੰ ਤੁਸੀਂ ਲੈ ਕੇ ਕੁਐਸਚਨ ਪੁੱਛਿਆ, ਇਹ ਮੈਂ ਸਮਝਦਾ ਕਿ ਪਿਛਲੇ 30-40 ਸਾਲ ਤੋਂ ਇੱਕ ਨਸੂਰ ਬਣ ਚੁੱਕਿਆ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ। ਇੱਕ ਪੀੜ੍ਹੀ ਆਪਾਂ ਜੇ ਇਹ ਕਹੀਏ ਕਿ ਸਾਡੀ ਨਸ਼ਿਆਂ ਨੇ ਖਾ ਲਈ ਤਾਂ ਇਹ ਗਲਤ ਗੱਲ ਨਹੀਂ ਹੈ। ਨਸ਼ਿਆਂ ਰਾਹੀਂ ਤੇ ਅਖੌਤੀ ਪੰਜਾਬੀ ਸੱਭਿਆਚਾਰ ਰਾਹੀਂ ਯੂਥ ਨੂੰ ਆਪਣੇ ਵਿਰਸੇ ਤੋਂ ਤੇ ਗੁਰਬਾਣੀ ਤੋਂ ਬਿਲਕੁਲ ਦੂਰ ਕੀਤਾ ਜਾ ਰਿਹਾ ਹੈ। ਚਾਹੇ ਕਹਿ ਲਓ ਕਿ ਜਿਹੜਾ ਪੰਜਾਬ ਦੀਆਂ ਐਂਟੀ ਫੋਰਸਿਸ ਹੈਗੀਆਂ ਸੀ, ਉਹਨਾਂ ਨੇ ਲਗਾਤਾਰ ਬੜੇ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰਕੇ ਯੂਥ ਨੂੰ ਆਪਣੇ ਵਿਰਸੇ ਨਾਲੋਂ ਤੋੜਿਆ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਵਿੱਚ ਹਰੀ ਸਿੰਘ ਨਲੂਆ ਪੜ੍ਹਾਇਆ ਜਾਂਦਾ, ਚਾਹੀਦਾ ਤਾਂ ਇਹ ਸੀ ਕਿ ਬੰਦਾ ਸਿੰਘ ਬਹਾਦਰ ਬਾਰੇ ਪੰਜਾਬ ਦੇ ਹਰ ਸਕੂਲ ਦੀ ਕਿਤਾਬ ਵਿੱਚ ਉਹਦਾ ਇੱਕ ਲੈਸਨ ਹੁੰਦਾ। ਪਰ ਇੱਥੇ ਹੀਰ ਰਾਂਝਾ ਪੜ੍ਹਾਇਆ ਜਾ ਰਿਹਾ, ਇੱਥੇ ਸੱਸੀ ਪੁੰਨੂ ਪੜ੍ਹਾਇਆ ਜਾ ਰਿਹਾ। ਉਹ ਸਾਡਾ ਪੰਜਾਬੀ ਸੱਭਿਆਚਾਰ ਥੋੜ੍ਹੀ ਹੈ, ਜਾਂ ਸਿੱਖੀ ਸੱਭਿਆਚਾਰ ਥੋੜ੍ਹੀ ਹੈ। ਉਹਨਾਂ ਚੀਜ਼ਾਂ ਰਾਹੀਂ ਅੱਜ ਗਾਣਿਆਂ ਰਾਹੀਂ ਸ਼ਰਾਬ ਦੀ ਗੱਲ ਕੀਤੀ ਜਾ ਰਹੀ ਹੈ, ਮਰਨ ਮਾਰਨ ਦੀ, ਗੰਡਾਸੇ ਦੀ, ਬੰਦੂਕ ਦੀ ਗੱਲ ਕੀਤੀ ਜਾ ਰਹੀ ਹੈ, ਤੇ ਨੌਜਵਾਨਾਂ ਤਾਂ ਆਪੇ ਕੁਰਾਏ ਪੈਣਾ। ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਣੇ ਵਿਰਸੇ ਨਾਲ, ਇਤਿਹਾਸ ਨਾਲ ਜੋੜ ਕੇ ਨੌਜਵਾਨਾਂ ਨੂੰ ਆਪਣੇ ਇਸ ਵਿਰਸੇ ਤੇ ਮਾਣ ਕਰਨ ਲਈ ਪ੍ਰੇਰਨਾ ਦਿੰਦੇ। ਚਲੋ ਖੈਰ ਉਹ ਜੋ ਹੋ ਚੁੱਕਿਆ ਉਹਨੂੰ ਹੁਣ ਆਪਾਂ ਸੰਵਾਰਨ ਲਈ ਇੱਕ ਬੜਾ ਲੰਬਾ ਸਮਾਂ ਲੱਗੇਗਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪਿਛਲੇ 20-25 ਸਾਲਾਂ ਤੋਂ ਇਹ ਉਦਮ ਲਗਾਤਾਰ ਜਾਰੀ ਰੱਖ ਰਿਹਾ ਹੈ। ਹਾਲਾਂਕਿ ਕੰਮ ਬਹੁਤ ਵੱਡਾ ਹੈ, ਪਰ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਇਹ ਯਤਨ ਅਸੀਂ ਜਾਰੀ ਰੱਖੇ ਹੋਏ ਨੇ। ਤੁਸੀਂ ਜੇ ਸ਼ਾਇਦ ਕਦੇ ਹਾਜ਼ਰੀ ਭਰੀ ਹੋਵੇ ਤਾਂ ਸਾਡੇ ਅਸੀਂ ਛੋਟੇ ਪ੍ਰੋਗਰਾਮ ਕਰਦੇ ਆ ਹਰ ਸੈਚਰਡੇ ਸੰਡੇ ਸ਼ਾਮ ਨੂੰ, ਜਿਹਦੇ ਵਿੱਚ ਬੜੀ ਵੱਡੀ ਗਿਣਤੀ 'ਚ ਬੱਚੇ ਸ਼ਾਮਲ ਹੁੰਦੇ। ਬੱਚੇ ਦੇ ਨੌਜਵਾਨ, ਉਹ ਨੌਜਵਾਨ ਆਪੇ ਹੀ ਲੈਕਚਰ ਕਰਦੇ ਨੇ, ਆਪੇ ਹੀ ਕੀਰਤਨ ਕਰਦੇ ਨੇ, ਅਰਦਾਸ ਹੁਕਮਨਾਮਾ। ਉਹ ਇੱਕ ਛੋਟਾ ਜਿਹਾ ਯਤਨ ਹੈ ਕਿ ਇਸ ਯਤਨ ਰਾਹੀਂ ਬੱਚਿਆਂ ਨੂੰ ਉਸ ਵਿਰਸੇ ਨਾਲ ਜੋੜ ਕੇ ਤੇ ਗੁਰਬਾਣੀ ਨਾਲ ਜੋੜ ਕੇ ਉਹਨਾਂ ਨੂੰ ਆਪਣੇ ਜਵਾਨੀ ਤੇ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਕਰਾਇਆ ਜਾਏ। ਇਹ ਇੱਕ ਯਤਨ ਹੈ ਔਰ ਇਹ ਪਿਛਲੇ 20-25 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਬੜੇ ਕਾਮਯਾਬੀ ਨਾਲ ਇਹ ਆਪਣਾ ਸਫ਼ਰ ਅੱਗੇ ਲੈ ਕੇ ਜਾ ਰਿਹਾ ਹੈ। ਦੂਜੀ ਗੱਲ, ਅਸੀਂ ਹੋਰ ਵੀ ਕਈ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦੇ ਹਾਂ। ਜਿਵੇਂ ਸਾਲ 'ਚ ਇੱਕ ਵਾਰੀ ਅਸੀਂ ਸਿੱਖਣ ਮੁੱਲੇ ਦੇ ਨਾਂ 'ਤੇ ਇੱਕ ਬੜਾ ਵੱਡਾ ਪ੍ਰੋਗਰਾਮ ਉਲੀਕਦੇ ਹਾਂ। ਉਹਦੇ 'ਚ ਕਰੀਬ 200-250 ਬੱਚੇ ਹੀ ਪਾਰਟੀਸਪੇਟ ਕਰਦੇ ਨੇ, ਜਿਹੜੇ ਬਿਲਕੁਲ ਸਾਬਤ ਸੁਰਤ ਹੁੰਦੇ ਨੇ। ਪਿੰਡਾਂ ਵਿੱਚ ਕੈਂਪ ਚੱਲ ਰਹੇ ਨੇ, ਜਾਂ ਹੋਰ ਅਸੀਂ ਕਈ ਐਸੇ ਪ੍ਰੋਗਰਾਮ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਜਾਂ ਬਲੱਡ ਡੋਨੇਸ਼ਨ ਕੈਂਪ ਲਾਏ। ਇਹ ਸਾਰਾ ਕੁਝ ਯੂਥ ਨੂੰ ਜੋੜਨ ਵਾਸਤੇ ਹੈ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਆਪਣਾ ਧੱਈਆ ਕੀਤਾ ਹੈ ਕਿ ਅਸੀਂ ਲਗਾਤਾਰ ਇਹ ਕੋਸ਼ਿਸ਼ ਆਪਣਾ ਜਾਰੀ ਰੱਖਾਂਗੇ ਜੀ, ਤਾਂ ਕਿ ਆਉਣ ਵਾਲੇ 50 ਸਾਲ ਬਾਅਦ, 100 ਸਾਲ ਬਾਅਦ ਸਾਨੂੰ ਆਪਣੀ ਅਗਲੀ ਜਨਰੇਸ਼ਨ ਦੇ ਅੱਗੇ, ਅਗਲੀ ਪੀੜ੍ਹੀ ਦੇ ਅੱਗੇ ਸ਼ਰਮਿੰਦਿਆਂ ਨਾ ਹੋਣਾ। ਵੀਰ ਜੀ ਜਿਹੜਾ ਯਤਨ ਕਾਲਜ ਵੱਲੋਂ ਹੁਣੇ ਇੱਕ ਸਟਾਰਟ ਕੀਤਾ ਗਿਆ ਜਿਹੜਾ ਗੁਰਬਾਣੀ ਸੰਥਿਆ ਦਾ, ਤੇ ਇਹ ਕਿਸ ਸੋਚ ਨੂੰ ਲੈ ਕੇ ਜਿਹੜਾ ਇਹ ਚੀਜ਼ ਸ਼ੁਰੂ ਕੀਤੀ? ਗੁਰਬਾਣੀ ਸੰਥਿਆ ਦਾ ਜਿਹੜਾ ਯਤਨ ਨੇ ਬੜਾ ਲੰਬਾ ਸਮੇਂ ਤੋਂ ਸਾਡੀ ਇੱਕ ਕੋਸ਼ਿਸ਼ ਸੀ, ਕਿਉਂਕਿ ਅਸੀਂ ਸਾਰੇ ਰਲ ਕੇ ਬਾਣੀ ਪੜ੍ਹਦੇ ਹਾਂ, ਗਾਇਨ ਕਰਦੇ ਹਾਂ, ਪਰ ਉਹਦੇ ਵਿੱਚੋਂ ਕੋਈ ਸਾਨੂੰ ਸਮਝ ਨਹੀਂ ਆਉਂਦਾ। ਗੁਰਬਾਣੀ ਦੇ ਐਸੇ ਕਈ ਸਿਧਾਂਤ ਅਸੀਂ ਬਿਨਾਂ ਸਮਝੇ ਬਾਣੀ ਨੂੰ ਅਸੀਂ ਪੜ੍ਹ ਜਾਂਦੇ ਹਾਂ ਤਾਂ ਸਾਨੂੰ ਪਤਾ ਨਹੀਂ ਲੱਗਦਾ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਤੇ ਇਹ ਵੀ ਇੱਕ ਯਤਨ ਹੈ ਕਿ ਆਮ ਸੰਗਤ ਵਿੱਚ ਇਸ ਗੁਰਬਾਣੀ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਏ ਕਿ ਗੁਰੂ ਸਾਹਿਬ ਨੇ ਜੋ ਕਿਹਾ, ਮੈਂ ਅੱਗੇ ਵੀ ਕਈ ਵਾਰ ਕਹਿੰਦਾ ਹਾਂ ਕਿ ਬਾਣੀ ਮੰਤਰ ਨਹੀਂ ਹੈ, ਗੁਰਬਾਣੀ ਇੱਕ ਜੀਵਨ ਜਾਚ ਹੈ। ਗੁਰੂ ਸਾਹਿਬ ਨੇ ਸਾਨੂੰ ਜੀਣ ਦਾ ਰਾਹ ਦੱਸਿਆ।
ਹੈ ਜੀ। ਉਹ ਜੀਣ ਦਾ ਰਾਹ ਤਾਂ ਹੀ ਸਮਝ ਆਏਗਾ ਜੇ ਮੈਨੂੰ ਬਾਣੀ ਸਮਝ ਆਏਗੀ। ਜੇ ਮੈਨੂੰ ਬਾਣੀ ਸਮਝ ਹੀ ਨਹੀਂ ਆ ਰਹੀ ਵੀ ਬਾਣੀ ਕਹਿ ਕੀ ਰਹੀ ਹੈ, ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਤੇ ਮੈਂ ਭਾਵੇਂ ਜਿੰਨੀ ਵਾਰੀ ਮਰਜ਼ੀ ਪੜ੍ਹ ਲਵਾਂ। ਠੀਕ ਹੈ, ਬਾਣੀ ਪੜ੍ਹਨਾ ਆਪਣੇ ਆਪ 'ਚ ਸਾਡੇ ਵਾਸਤੇ ਇੱਕ ਬਹੁਤ ਵੱਡਾ ਗੁਰੂ ਸਾਹਿਬ ਨੇ ਹੁਕਮ ਕੀਤਾ ਸਾਨੂੰ, ਪਰ ਉਹਦੇ ਨਾਲ ਨਾਲ ਬਾਣੀ ਦੀ ਵਿਚਾਰ ਵੀ ਜ਼ਰੂਰੀ ਹੈ। ਤੇ ਬਾਣੀ ਵਿੱਚ ਕਈ ਐਸੇ ਹੀਰੇ ਮੋਤੀ ਜਦੋਂ ਅਸੀਂ ਬਾਣੀ ਨੂੰ ਖੋਜਦੇ ਹਾਂ, ਜਿਵੇਂ ਕਹਿੰਦੇ ਵੀ ਸਮੁੰਦਰ ਵਿੱਚ ਜਿਵੇਂ ਜਿਵੇਂ ਡੂੰਘਾਈ ਵਿੱਚ ਜਾਂਦੇ ਹਾਂ ਤੇ ਥੱਲੋਂ ਹੀਰੇ ਮੋਤੀ ਲੱਭਦੇ ਨੇ, ਗੁਰਬਾਣੀ ਵੀ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ, ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲੱਗ ਗਿਆ ਤਿੰਨ ਹੱਥ ਚੜਿਆ ਰਾਮ। ਬਾਣੀ ਵਿੱਚ ਐਸਾ ਬੜਾ ਹੀਰੇ ਮੋਤੀ ਹੈਗੇ ਨੇ, ਜਦੋਂ ਅਸੀਂ ਇਹਦੀ ਵਿਚਾਰ ਕਰਦੇ ਹਾਂ, ਜਦੋਂ ਇਹਨੂੰ ਅਸੀਂ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਹੀਰੇ ਜਵਾਹਰ ਸਾਨੂੰ ਨਜ਼ਰ ਆਉਂਦੇ ਨੇ। ਸੋ ਇਹ ਵੀ ਇੱਕ ਯਤਨ ਹੈ ਕਿ ਆਮ ਸੰਗਤ ਨੂੰ ਨਾਲ ਲੈ ਕੇ ਅਸੀਂ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਅੱਜ 22 ਵਾਰਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਉਹਨਾਂ 22 ਵਾਰਾਂ ਦੀ ਸੰਥਿਆ ਜਿਹੜੀ ਹੈ ਉਹ ਅਸੀਂ ਇੱਕ ਹਫ਼ਤਾ ਹੋ ਗਿਆ ਸ਼ੁਰੂ ਕੀਤੀ ਹੈ। ਇਹ ਲਗਭਗ 1.5-2 ਮਹੀਨਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲੇਗਾ ਜੀ। ਤੇ ਇਹ ਜਿਹੜੀ ਸੰਥਿਆ ਵਾਸਤੇ ਜਿਹੜੀ ਸੰਗਤ ਆਉਂਦੀ ਹੈ, ਕੋਈ ਇਹਦੀ ਕੋਈ ਸਪੈਸ਼ਲ ਕੈਟਾਗਰੀ ਕਿ ਸਿਰਫ ਇਹਨਾਂ ਲੋਕਾਂ ਨੂੰ ਹੀ ਹੈ, ਕਿ ਕੋਈ ਵੀ ਜਿਹੜਾ ਹੈ ਆ ਕੇ ਉਹ ਇਹ ਸੰਥਿਆ ਦਾ ਹਿੱਸਾ ਬਣ ਸਕਦਾ? ਕੋਈ ਵੀ ਆ ਸਕਦਾ ਹੈ, ਇਹਦੇ 'ਚ ਕੋਈ ਕੈਟਾਗਰੀ ਵਾਲੀ ਗੱਲ ਨਹੀਂ। ਜਿਹਦੇ ਕੋਲ ਸਮਾਂ ਹੈ, ਗੱਲ ਤਾਂ ਸਿਰਫ ਸਮਾਂ ਕੱਢਣ ਦੀ ਹੈ। ਅਸੀਂ ਸਾਰਾ ਪ੍ਰਬੰਧ ਕਰ ਲਿਆ, ਪੋਥੀਆਂ ਦਾ ਪ੍ਰਬੰਧ ਕਰ ਲਿਆ, ਹੋਰ ਸਾਰਾ ਕੁਝ ਸੰਗਤ ਲਈ ਬਹਿਣ ਲਈ ਸਾਰਾ ਉਹ ਇੱਕ ਯਤਨ ਕੀਤਾ। ਸਿਰਫ ਆਉਣਾ ਹੈ ਤੇ ਤੁਸੀਂ ਆ ਕੇ ਗੁਰਬਾਣੀ ਨੂੰ ਨਾਲੇ ਪੜ੍ਹਨਾ ਹੈ ਤੇ ਨਾਲੇ ਉਹਦੀ ਵਿਚਾਰ ਸਰਵਣ ਕਰਨੀ ਹੈ, ਤੇ ਕੋਈ ਵੀ ਉਹਦੇ 'ਚ ਆ ਕੇ ਇਹ ਸੰਥਿਆ ਲੈ ਸਕਦਾ ਹੈ ਜੀ। ACG ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ, ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਕਾਲਜ ਵੱਲੋਂ ਆਲਰੇਡੀ ਬੜੇ ਸਾਰੇ ਜਿਹੜੇ ਯਤਨ ਨੇ ਉਹ ਕੀਤੇ ਜਾਂਦੇ ਨੇ ਕਿ ਜਿਹੜਾ ਸਾਡਾ ਯੂਥ ਹੈ, ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਉਹਨੂੰ ਜਿਹੜੀ ਕੁਰਾਹੇ ਪੈ ਚੁੱਕੀ ਹੈ, ਉਹਨੂੰ ਕਿੱਦਾਂ ਰਾਹ ਤੇ ਦੁਆਰਾ ਵਾਪਸ ਲਿਆਂਦਾ ਜਾਵੇ, ਤੇ ਕਿੱਦਾਂ ਅਸੀਂ ਜਿਹੜਾ ਹੈ ਆਪਣੀ ਜਵਾਨੀ ਨੂੰ ਬਚਾ ਸਕਦੇ ਹਾਂ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਮੈਂ ਅਮਰਜੋਤ ਸਿੰਘ। ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਧਰਮ।